ਮਲਟੀ ਥਰੈਡਿੰਗ ਦੇ ਵਿੱਚ OS ਦੇ ਵਿੱਚ ਆਪਾਂ ਇੱਕ ਵਰਡ ਸੁਣਦੇ ਹਾਂ ਮਲਟੀਟਾਸਕਿੰਗ ਜਾਂ ਮਲਟੀ ਪ੍ਰੋਗਰਾਮਿੰਗ, ਪ੍ਰੋਸੈਸਿੰਗ ਨਹੀਂ, ਪ੍ਰੋਗਰਾਮਿੰਗ। ਮਲਟੀਟਾਸਕਿੰਗ ਜਾਂ ਮਲਟੀ ਪ੍ਰੋਗਰਾਮਿੰਗ, ਇਹਨਾਂ ਦਾ ਮੇਨ ਮੋਟਿਵ ਕੀ ਹੈ ਜਾਂ ਇਹਨਾਂ ਦੇ ਵਿੱਚ ਕੀ ਚੀਜ਼ ਹੈ। ਬੇਸਿਕਲੀ ਮਲਟੀ ਪ੍ਰੋਗਰਾਮਿੰਗ ਦੇ ਵਿੱਚ ਕੀ ਕਰਦੇ ਆ ਆਪਾਂ, ਦੋ ਪ੍ਰੋਗਰਾਮਸ, ਦੋ ਜਾਂ ਆਪਾਂ ਕਹਿ ਸਕਦੇ ਹਾਂ ਇੱਕ ਤੋਂ ਜ਼ਿਆਦਾ ਪ੍ਰੋਗਰਾਮ ਪੈਰਲਲੀ ਰਨ ਕਰਦੇ ਆ। ਠੀਕ ਹੈ ਨਾ, ਪੈਰਲਲੀ ਦੋ ਪ੍ਰੋਗਰਾਮ ਇਕੱਠੇ ਚੱਲ ਰਹੇ ਆ ਜਾਂ ਤਿੰਨ ਪ੍ਰੋਗਰਾਮ ਇਕੱਠੇ ਚੱਲ ਰਹੇ ਆ, ਬਟ ਐਕਚੁਅਲ 'ਚ ਉਹ ਇਕੱਠੇ ਚੱਲਦੇ ਨਹੀਂ ਹੁੰਦੇ, ਉਹ ਚੱਲਦੇ ਹੁੰਦੇ ਵਿਦ ਦੀ ਹੈਲਪ ਆਫ ਟਾਈਮ ਸਲਾਈਸਿੰਗ। ਟਾਈਮ ਸਲਾਈਸਿੰਗ ਕੀ ਚੀਜ਼ ਹੈ, ਟਾਈਮ ਨੂੰ ਡਿਵਾਈਡ ਕਰਨਾ ਹੈ। ਲਾਈਕ ਜੇ ਆਪਾਂ ਕਹੀਏ ਕਿ ਟਾਈਮ ਹੈ, ਉਸ ਨੂੰ ਆਪਾਂ ਸਮਝਣ ਦੇ ਲਈ ਸੈਕਿੰਡਸ 'ਚ ਡਿਵਾਈਡ ਕਰ ਲੈਂਦੇ ਹਾਂ, ਬਟ ਐਕਚੁਅਲ 'ਚ ਕੀ ਹੁੰਦਾ, ਉਹ ਮਿਲੀ ਸੈਕਿੰਡ ਜਾਂ ਨੈਨੋ ਸੈਕਿੰਡਸ ਜਾਂ ਉਸ ਤੋਂ ਵੀ ਮਾਈਟ ਵੀ ਛੋਟੇ ਯੂਨਿਟਸ ਹੁੰਦੇ ਹੋਣ। ਇਹ ਆਪਣੇ ਸੈਕਿੰਡਸ ਹੈ। ਆਪਣੇ ਤਿੰਨ ਪ੍ਰੋਗਰਾਮਸ ਹੈ, ਪਹਿਲਾਂ ਫਸਟ ਪ੍ਰੋਗਰਾਮ ਪਹਿਲੇ ਸੈਕਿੰਡ 'ਚ ਚੱਲਿਆ ਹੈ, ਦੂਸਰਾ ਪ੍ਰੋਗਰਾਮ ਸੈਕਿੰਡ 'ਚ, ਫਿਰ ਥਰਡ ਪ੍ਰੋਗਰਾਮ, ਜੇ ਤਿੰਨ ਪ੍ਰੋਗਰਾਮ ਹੈ, ਫੋਰਥ ਸੈਕਿੰਡ 'ਚ ਫਿਰ ਪਹਿਲਾ ਪ੍ਰੋਗਰਾਮ ਐਗਜ਼ੀਕਿਊਟ ਹੋਇਆ, ਫਿਫਥ ਸੈਕਿੰਡ 'ਚ ਫਿਰ ਸੈਕਿੰਡ, ਸਿਕਸਥ ਦੇ ਵਿੱਚ ਫਿਰ ਥਰਡ। ਬਟ ਇਹ ਟਾਈਮ ਜੋ ਹੈ ਇਹ ਸੈਕਿੰਡਸ ਦੇ ਵਿੱਚ ਨਹੀਂ ਹੁੰਦਾ, ਇਹ ਨੈਨੋ ਸੈਕਿੰਡਸ 'ਚ ਹੁੰਦਾ ਹੈ। ਸਾਨੂੰ ਕੀ ਲੱਗਦਾ ਹੁੰਦਾ ਵੀ ਉਹ ਸਾਰੇ ਪ੍ਰੋਗਰਾਮ ਕੀ ਚੱਲ ਰਹੇ ਆ, ਇਕੱਠੇ ਚੱਲ ਰਹੇ ਆ, ਕਲੀਅਰ ਹੈ ਨਾ, ਬਟ ਉਹ ਇਕੱਠੇ ਚੱਲਦੇ ਨਹੀਂ ਹੁੰਦੇ। ਲਾਈਕ ਜਿਵੇਂ ਆਪਾਂ ਅੱਜ ਕੱਲ੍ਹ ਤਾਂ ਵੈਸੇ ਆਪਣੇ ਜੋ ਕੰਪਿਊਟਰ ਹੈ ਮਲਟੀ ਪ੍ਰੋਸੈਸਰਸ ਹੈ, ਇਸ 'ਚ ਪ੍ਰੋਸੈਸਰਸ ਜ਼ਿਆਦਾ ਹੈ। ਅਗਰ ਪ੍ਰੋਸੈਸਰ ਜ਼ਿਆਦਾ ਹਨ ਫਿਰ ਤਾਂ ਮਲਟੀ ਪ੍ਰੋਸੈਸਿੰਗ ਹੋ ਗਿਆ। ਮਲਟੀ ਪ੍ਰੋਗਰਾਮਿੰਗ ਤੇ ਮਲਟੀ ਪ੍ਰੋਸੈਸਿੰਗ ਦੇ ਵਿੱਚ ਇੱਕ ਜੋ ਬੇਸਿਕ ਡਿਫਰੈਂਸ ਮੈਂ ਤੁਹਾਨੂੰ ਦੱਸਦਾ, ਇਸ ਦੇ ਵਿੱਚ ਸਾਨੂੰ ਲੱਗਦਾ ਹੁੰਦਾ ਵੀ ਦੋ ਜਾਂ ਦੋ ਤੋਂ ਜ਼ਿਆਦਾ ਪ੍ਰੋਗਰਾਮ ਇਕੱਠੇ ਚੱਲ ਰਹੇ ਹੈ, ਬਟ ਚੱਲਦੇ ਨਹੀਂ ਹੁੰਦੇ। ਇਸ ਦੇ ਵਿੱਚ ਸਾਨੂੰ ਲੱਗਦਾ ਹੁੰਦਾ ਵੀ ਦੋ ਜਾਂ ਦੋ ਤੋਂ ਜ਼ਿਆਦਾ ਪ੍ਰੋਗਰਾਮ ਇਕੱਠੇ ਚੱਲ ਰਹੇ ਹੈ, ਤੇ ਐਕਚੁਅਲ 'ਚ ਚੱਲਦੇ ਵੀ ਹੁੰਦੇ ਆ। ਮਲਟੀ ਪ੍ਰੋਸੈਸਿੰਗ ਦੇ ਵਿੱਚ, ਮਲਟੀ ਪ੍ਰੋਗਰਾਮਿੰਗ 'ਚ ਉਹ ਚੱਲਦੇ ਨਹੀਂ ਹੁੰਦੇ, ਉਹ ਕੇਵਲ ਸਾਨੂੰ ਲੱਗਦਾ ਵੀ ਚੱਲ ਰਹੇ ਹੈ। ਲਾਈਕ ਜਿਵੇਂ ਆਪਾਂ C ਡਰਾਈਵ ਤੋਂ D ਡਰਾਈਵ ਦੇ ਵਿੱਚ ਇੱਕ ਕੋਈ ਮੂਵੀ ਕਾਪੀ ਕਰਨੀ ਸ਼ੁਰੂ ਕੀਤੀ, ਮੂਵੀ 1 10 GB ਦੀ ਹੈ ਸਪੋਜ਼, ਕਾਪੀ ਕਰਨੀ ਸਟਾਰਟ ਕੀਤੀ, ਉੱਥੇ ਲਿਖਿਆ ਆ ਗਿਆ 2 ਮਿੰਟਸ ਲੈਫਟ। ਠੀਕ ਹੈ, ਇੱਕ ਮੂਵੀ ਮੈਂ ਹੋਰ ਕਾਪੀ ਕਰਨੀ ਸਟਾਰਟ ਕਰਤੀ, ਮੂਵੀ 2, ਉਹ ਵੀ 10 GB ਦੀ ਹੈ। ਹੁਣ ਕੀ ਇਸ ਦਾ ਟਾਈਮ 2 ਮਿੰਟਸ ਹੋਊਗਾ? ਨਹੀਂ, ਇਸ ਦਾ ਟਾਈਮ ਆਟੋਮੈਟਿਕਲੀ 2 ਮਿੰਟਸ ਤੋਂ 4 ਮਿੰਟ ਜਾਂ 5 ਮਿੰਟ ਹੋ ਜਾਊਗਾ। ਠੀਕ ਹੈ ਨਾ, ਜਿੱਥੇ 2 ਮਿੰਟ ਲੱਗਣੇ ਸੀ ਹੁਣ ਉਹਨੇ 2 ਮਿੰਟ ਨਹੀਂ ਲੈਣੇ, ਉਹਨੇ 2 ਤੋਂ ਜ਼ਿਆਦਾ ਟਾਈਮ ਲੈਣਾ, ਈਵਨ 4 ਤੋਂ ਵੀ ਜ਼ਿਆਦਾ ਟਾਈਮ ਲੈਣਾ, ਤੇ 5 ਮਿੰਟ ਇਸ ਦੇ ਹੋ ਜਾਣੇ ਆ, ਜਾਂ 4 ਮਿੰਟ ਇਸ ਦੇ, 4 ਮਿੰਟ ਇਸ ਦੇ ਲਗਾ ਲਓ ਟੋਟਲ। ਹੁਣ ਚਾਹੇ ਤਾਂ ਆਪਾਂ ਇੱਕ ਮੂਵੀ ਕਾਪੀ ਕਰ ਲਈਏ, ਉਸ ਤੋਂ ਬਾਅਦ ਦੂਸਰੀ ਕਾਪੀ ਕਰੀਏ, ਜਾਂ ਅਸੀਂ ਪਹਿਲਾਂ ਇੱਕ ਮੈਂ ਕਾਪੀ ਕਰਨੀ ਸਟਾਰਟ ਕੀਤੀ ਫਿਰ ਦੂਸਰੀ ਕਰਨੀ ਸਟਾਰਟ ਕੀਤੀ, ਦੋਨਾਂ ਦੇ ਵਿੱਚ ਟਾਈਮ ਦਾ ਫਰਕ ਨਹੀਂ ਹੋਊਗਾ। ਈਵਨ ਇਸ ਦੇ ਵਿੱਚ ਥੋੜ੍ਹਾ ਜਿਹਾ ਟਾਈਮ ਜ਼ਿਆਦਾ ਹੀ ਲੱਗੂਗਾ, ਕਿਉਂਕਿ 1 ਸੈਕਿੰਡ ਲਈ ਇਸ ਨੂੰ ਟ੍ਰਾਂਸਫਰ ਕਰਨਾ ਹੈ, ਫਿਰ ਇਸ ਨੂੰ ਟ੍ਰਾਂਸਫਰ ਕਰਨਾ ਹੈ, ਫਿਰ ਇਸ ਨੂੰ, ਥੋੜ੍ਹਾ ਜਿਹਾ ਟਾਈਮ ਸ਼ਫਲਿੰਗ ਦੇ ਵਿੱਚ ਵੀ ਵੇਸਟ ਹੁੰਦਾ ਹੈ ਜਦੋਂ ਆਪਾਂ ਇੱਕ ਪਾਰਟ ਤੋਂ ਦੂਜੇ ਪਾਰਟ 'ਤੇ ਜਾਂਦੇ ਹਾਂ। ਠੀਕ ਹੈ ਨਾ, ਕੇਵਲ ਇਹ ਸਮਝਾਉਣ ਦੇ ਲਈ ਹੈ ਵੀ ਮਲਟੀ ਪ੍ਰੋਗਰਾਮਿੰਗ ਦੀ ਜ਼ਰੂਰਤ ਕੀ ਹੈ। ਮਲਟੀ ਪ੍ਰੋਗਰਾਮਿੰਗ ਆਪਾਂ ਕਿਸ ਲਈ ਕਰਦੇ ਹਾਂ, ਵੀ ਸਾਡਾ ਮਾਈਕਰੋ ਪ੍ਰੋਸੈਸਰ ਵਧੀਆ ਤਰੀਕੇ ਆਪਾਂ ਉਸ ਨੂੰ ਯੂਟੀਲਾਈਜ਼ ਕਰ ਸਕੀਏ। ਪਲੱਸ ਇਹ ਹੁੰਦਾ ਕਿਵੇਂ ਹੈ, ਟਾਈਮ ਸਲਾਈਸਿੰਗ ਦੇ ਨਾਲ। ਜਿੰਨਾ ਹੱਲੇ ਆਪਾਂ ਕੀਤਾ ਸੀ, ਟੌਪਿਕਸ ਜਿੰਨੇ ਵੀ ਕੀਤੇ ਹੈ, ਉਹ ਮੋਸਟਲੀ ਉਹ ਸਾਰੇ C++ ਦੇ ਵਿੱਚ ਵੀ ਹੈ ਹੀ ਹੈ। ਜੋ ਮਲਟੀ ਥਰੈਡਿੰਗ ਹੈ, ਇਹ ਜਾਵਾ ਦਾ ਉਹ ਵੱਡਾ ਕੰਸੈਪਟ ਹੈ, ਸਭ ਤੋਂ ਵੱਡਾ ਜਿਹੜਾ ਹੁਣ ਆਪਾਂ ਜਦੋਂ ਦਾ ਸਟਾਰਟ ਕੀਤਾ ਹੋਇਆ, ਜੋ C++ 'ਚ ਨਹੀਂ ਸੀ। ਠੀਕ ਹੈ ਨਾ, ਜਿਹੜਾ ਸਭ ਤੋਂ ਵੱਡਾ ਡਿਫਰੈਂਸ ਹੁਣ ਪੈ ਰਿਹਾ ਹੈ, ਜੋ ਪੁਰਾਣੇ ਆਪਣੇ ਲੈਕਚਰਸ ਹੈ ਉਹ ਮੋਸਟਲੀ C++ 'ਚ ਵੀ ਆਪਾਂ ਉਹਨਾਂ ਨੂੰ ਮੈਨੇਜ ਕਰ ਲੈਂਦੇ ਹਾਂ। ਮਲਟੀ ਥਰੈਡਿੰਗ ਜੋ ਹੈ ਇਹ ਜਾਵਾ ਦਾ ਕੰਸੈਪਟ ਹੈ ਨਵਾਂ, ਜੋ C++ 'ਚ ਨਹੀਂ ਸੀ। ਹੁਣ ਮਲਟੀ ਥਰੈਡਿੰਗ ਬੇਸਿਕਲੀ ਮਲਟੀ ਪ੍ਰੋਗਰਾਮਿੰਗ ਜੋ ਹੈ ਉਹ ਉਸਦੀ ਪ੍ਰੈਕਟੀਕਲ ਹੈ। ਇਸ ਦੇ ਮਲਟੀ ਪ੍ਰੋਗਰਾਮਿੰਗ ਦੇ ਪਿੱਛੇ ਥਿਊਰੀ ਕਿਹੜੀ ਵਰਕ ਕਰ ਰਹੀ ਹੈ, ਉਹ ਹੈਗੀ ਮਲਟੀ ਥਰੈਡਿੰਗ। ਜੇ ਆਪਾਂ ਮਲਟੀ ਥਰੈਡਿੰਗ ਤੇ ਮਲਟੀ ਪ੍ਰੋਗਰਾਮਿੰਗ ਨੂੰ ਸੇਮ ਕਹੀਏ ਤਾਂ ਕੋਈ ਗਲਤ ਨਹੀਂ ਹੋਊਗਾ। ਮਲਟੀ ਪ੍ਰੋਗਰਾਮਿੰਗ ਇੱਕ ਪ੍ਰੈਕਟੀਕਲ ਵਿਊ ਹੈ, ਮਲਟੀ ਥਰੈਡਿੰਗ ਉਹਦਾ ਇੱਕ ਥਿਓਰੈਟੀਕਲ ਵਿਊ ਹੈ। ਠੀਕ ਹੈ ਨਾ, ਆਪਾਂ ਮਲਟੀ ਥਰੈਡਿੰਗ ਦੇ ਵਿੱਚ ਕੀ ਇੰਪਲੀਮੈਂਟ ਕਰਦੇ ਹਾਂ, ਆਪਾਂ ਮਲਟੀ ਥਰੈਡਿੰਗ ਦੇ ਵਿੱਚ ਮਲਟੀ ਪ੍ਰੋਗਰਾਮਿੰਗ ਨੂੰ ਇੰਪਲੀਮੈਂਟ ਕਰਦੇ ਹਾਂ। ਠੀਕ ਹੈ, ਵੀ 2 ਤੋਂ ਜ਼ਿਆਦਾ ਪ੍ਰੋਗਰਾਮ ਆਪਣੇ ਇਕੱਠੇ ਚਲਾਣੇ ਆ, ਉਹਨਾਂ ਨੂੰ ਹੈਂਡਲ ਕੌਣ ਕਰੂਗਾ? ਮੇਨ ਚੀਜ਼ ਉਹਨਾਂ ਨੂੰ ਹੈਂਡਲ ਕਰੂਗਾ OS, ਆਪਰੇਟਿੰਗ ਸਿਸਟਮ ਚਲਾਊਗਾ ਵੀ ਕਿਹੜੇ ਪ੍ਰੋਗਰਾਮ ਨੂੰ ਕਦੋਂ ਚਲਾਉਣਾ ਹੈ।
ਠੀਕ ਹੈ ਨਾ। ਅਸੀਂ ਕੁਝ ਫੰਕਸ਼ਨਸ ਦੇ ਨਾਲ ਥੋੜਾ ਬਹੁਤਾ ਉਹਦੇ ਨੇੜੇ ਤਾਂ ਆ ਜੰਨੇ ਆ ਵੀ ਉਸ ਨੂੰ ਕਿਵੇਂ ਅਚੀਵ ਕਰਨਾ ਹੈ, ਬਟ ਉਹਨਾਂ ਨੂੰ ਫੁੱਲੀ ਕੰਟਰੋਲ ਨਹੀਂ ਕਰ ਪਾਉਂਦੇ। ਠੀਕ ਹੈ, ਲਾਈਕ ਹੁਣ ਆਪਾਂ ਦੇਖੀਏ जो मल्टी थ्रेडिंग है, मल्टी थ्रेडिंग इन जावा is a process of executing multiple threads parallelly or simultaneously। मतलब प्रोसेस की चीज़ है। जो प्रोग्राम है, प्रोग्राम ਦੇ ਕੁਝ ਪਾਰਟ ਇੱਕ ਪ੍ਰੋਗਰਾਮ ਦੇ ਵਿੱਚ ਬਹੁਤ ਜ਼ਿਆਦਾ ਪ੍ਰੋਸੈਸਿਸ ਹੋ ਸਕਦੇ ਆ। ਜਿਵੇਂ ਅਸੀਂ ਇੱਕ ਪ੍ਰੋਗਰਾਮ ਹੈ ਉਸ ਦੇ ਵਿੱਚ ਪ੍ਰੋਸੈਸ ਹਨ, ਇੱਕ ਪ੍ਰੋਸੈਸ ਦੇ ਫਰਦਰ ਪ੍ਰੋਸੈਸ ਹੋ ਸਕਦੇ ਆ। ਉਦੋਂ ਤੱਕ ਫਰਦਰ ਜਦੋਂ ਉਹਨੂੰ ਫਰਦਰ ਟੁਕੜੇ ਨਹੀਂ ਹੋ ਸਕਦੇ, ਜਿਹੜਾ ਇੱਕ ਯੂਨਿਟ ਹੈ ਉਸ ਨੂੰ ਬੋਲਦੇ ਆ ਇੱਕ ਥ੍ਰੈਡ। ਠੀਕ ਹੈ ਨਾ, ਇੱਕ ਥ੍ਰੈਡ ਹੈ ਇਹ ਜਿਹੜਾ ਸਭ ਤੋਂ ਛੋਟਾ ਯੂਨਿਟ, ਜਿਹੜਾ ਸਭ ਤੋਂ ਛੋਟਾ ਪ੍ਰੋਸੈਸ ਜੋ ਹੈ ਉਸ ਨੂੰ ਆਪਾਂ ਥ੍ਰੈਡ ਕਵਾਂਗੇ ਸਿੰਪਲ ਲੈਂਗੁਏਜ ਦੇ ਵਿੱਚ। ਜਿਹੜਾ ਇੱਕ ਥ੍ਰੈਡ ਹੈ ਉਸ ਦੀਆਂ ਕੁਝ ਸਟੇਟਸ ਹੈ, ਉਸ ਦੀਆਂ ਕੁਝ ਆਪਾਂ ਕਹੀਏ ਲਾਈਫ ਸਾਈਕਲ ਜੋ ਹੈ ਥ੍ਰੈਡ ਦਾ, ਉਸ ਦੇ ਕੁਝ ਸਟੇਜਿਸ ਹੁੰਦੀਆਂ। ਲਾਈਕ ਨਿਊ, ਜਦੋਂ ਥ੍ਰੈਡ ਨਵਾਂ ਬਣਦਾ ਆ ਉਦੋਂ ਕਿਸ ਸਟੇਟ 'ਚ ਹੁੰਦਾ ਹੈ? ਨਿਊ ਸਟੇਟ 'ਚ ਹੁੰਦਾ ਹੈ। ਰਨੇਬਲ ਰਨੇਬਲ ਸਟੇਟ ਜਦੋਂ ਉਹ ਰੈਡੀ ਤਾਂ ਹੈ ਰਨ ਹੋਣ ਲਈ, ਪਰ ਉਹਨੂੰ ਟਾਈਮ ਨਹੀਂ ਮਿਲਿਆ, ਹਲੇ ਉਹਦੀ ਵਾਰੀ ਨਹੀਂ ਆਈ। ਠੀਕ ਹੈ ਨਾ, ਵੀ ਇੱਕ ਥ੍ਰੈਡ ਚੱਲ ਰਿਹਾ, ਜਦੋਂ ਜਿਵੇਂ ਪ੍ਰਿੰਟਰ ਦੇ ਵਿੱਚ ਅਸੀਂ ਇੱਕ ਕਮਾਂਡ ਦੇਤੀ, ਨਾਲ ਦੀ ਨਾਲ ਅਸੀਂ ਦੂਸਰੀ ਕਮਾਂਡ ਦੇਤੀ। ਜਿਹੜੀ ਦੂਸਰੀ ਕਮਾਂਡ ਹੈ ਉਹ ਕਿਸ 'ਚ? ਰਨੇਬਲ ਸਟੇਟ 'ਚ ਹੋ ਸਕਦੀ ਹੈ, ਵੀ ਪਹਿਲਾਂ ਪ੍ਰਿੰਟ ਆਊਟ ਨਿਕਲੂਗਾ, ਫਿਰ ਦੂਜੇ ਦੀ ਵਾਰੀ ਆਊਗੀ। ਰਨਿੰਗ ਸਟੇਟ, ਜਦੋਂ ਪ੍ਰੋਗਰਾਮ ਰਨ ਹੋ ਰਿਹਾ, ਸਾਡਾ ਥ੍ਰੈਡ ਰਨ ਹੋ ਰਿਹਾ, ਉਹ ਰਨਿੰਗ ਸਟੇਟ 'ਚ ਹੁੰਦਾ ਹੈ। ਵੇਟਿੰਗ ਸਟੇਟ, ਜਦੋਂ ਉਹ ਕਿਸੇ ਚੀਜ਼ ਦੀ ਵੇਟ ਕਰ ਰਿਹਾ। ਵੇਟ ਬੇਸਿਕਲੀ ਹੁੰਦੀ ਹੈ, ਆਪਾਂ ਐਗਜ਼ਾਮਪਲ ਲੈ ਲੈਂਦੇ ਹਾਂ, ਜਿਵੇਂ C++ 'ਚ ਅਸੀਂ ਸਕੈਨਐਫ ਯੂਜ਼ ਕਰਦੇ ਸੀ। ਐਡੀਸ਼ਨ ਆਫ 2 ਨੰਬਰ ਪ੍ਰੋਗਰਾਮ ਬਣਾਉਣਾ ਹੈ, ਸਕੈਨਐਫ ਅਸੀਂ ਲਿਖਿਆ ਹੈ, ਪ੍ਰੋਗਰਾਮ ਐਗਜ਼ੀਕਿਊਟ ਕਰਤਾ ਹੈ, ਉੱਥੇ ਲਿਖਿਆ ਆ ਗਿਆ ਐਂਟਰ 2 ਨੰਬਰਸ। ਹੁਣ ਸਾਡਾ ਪ੍ਰੋਗਰਾਮ ਉਸ ਟਾਈਮ ਵੇਟਿੰਗ ਸਟੇਟ 'ਚ ਹੈ, ਮਤਲਬ ਉਹ ਵੇਟ ਕਰ ਰਿਹਾ ਵੀ ਕਦੋਂ ਮੈਂ 2 ਨੰਬਰ ਐਂਟਰ ਕਰਾਂ, ਉਸ ਤੋਂ ਬਾਅਦ ਉਹਦਾ ਸਮ ਕਰਕੇ ਪ੍ਰਿੰਟ ਕਰੂਗਾ। ਠੀਕ ਹੈ ਨਾ। ਹੁਣ ਜਦੋਂ ਉੱਥੇ ਲਿਖਿਆ ਆ ਗਿਆ ਐਂਟਰ 2 ਨੰਬਰਸ, ਜੋ CPU ਹੈ ਉਹ ਜੁੜਿਆ ਹੋਇਆ ਆਪਣੇ ਨਾਲ, ਵੀ ਆਪਾਂ 2 ਨੰਬਰ ਐਂਟਰ ਕਰਾਂਗੇ 10 ਤੇ 20, ਫਿਰ ਉਹ ਉਸ ਨੂੰ 10 + 20 ਕਰਕੇ 30 ਕਰਕੇ ਪ੍ਰਿੰਟ ਆਊਟ ਫਾਈਂਡ ਕਰੂਗਾ, ਜਾਂ ਪ੍ਰਿੰਟ ਆਊਟ ਸਾਨੂੰ ਡਿਸਪਲੇ ਕਰੂਗਾ। ਪਰ ਜੇ ਹੁਣ ਮੈਂ ਅੱਧਾ ਘੰਟਾ 2 ਨੰਬਰ ਐਂਟਰ ਨਾ ਕਰਾਂ 10 ਤੇ 20, ਦਿਸ ਮੀਨਸ ਉਹ ਸਾਨੂੰ ਵੇਟ ਹੀ ਕਰਦਾ ਰਹੂਗਾ ਸਾਡੀ, ਮਤਲਬ ਉਸ ਟਾਈਮ ਇੰਨਾ ਟਾਈਮ ਉਹ ਕਿਸ ਟਾਈਮ ਵੇਟਿੰਗ ਸਟੇਟ ਦੇ ਵਿੱਚ ਹੀ ਹੈ। ਦੈਨ ਟਰਮੀਨੇਟ, ਜਦੋਂ ਉਹ ਖਤਮ ਹੁੰਦਾ ਹੈ। ਹੁਣ ਥ੍ਰੈਡ ਦੇ ਇਹ ਸਟੇਟਸ ਵਰਕ ਕਿਵੇਂ ਕਰਦੇ ਆ, ਇਹ ਸਮਝਣ ਵਾਲੀ ਗੱਲ ਹੈ। ਜੋ ਥ੍ਰੈਡ ਦੇ ਵਿੱਚ ਜੇ ਆਪਾਂ ਕਹੀਏ ਸਭ ਤੋਂ ਇੰਪੋਰਟੈਂਟ ਟੌਪਿਕ ਇਹੀ ਹੈ, ਲਾਈਫ ਸਾਈਕਲ ਆਫ ਏ ਥ੍ਰੈਡ। ਸਭ ਤੋਂ ਪਹਿਲਾਂ ਕੀ ਬਣਿਆ ਆਪਣਾ? ਨਿਊ ਥ੍ਰੈਡ, ਸਭ ਤੋਂ ਨਵਾਂ ਥ੍ਰੈਡ ਜਿਹੜਾ ਹੈ ਉਹ ਬਣਿਆ। ਦੈਨ ਜੋ ਫੰਕਸ਼ਨ ਚੱਲਿਆ ਹੈ, ਉਹ ਕਿਹੜਾ ਫੰਕਸ਼ਨ ਚੱਲਦਾ ਆਪਣਾ? ਸਟਾਰਟ ਫੰਕਸ਼ਨ। ਸਟਾਰਟ ਫੰਕਸ਼ਨ ਤੋਂ ਬਾਅਦ ਜਦੋਂ ਨਵਾਂ ਥ੍ਰੈਡ ਬਣਿਆ, ਉਸ ਤੋਂ ਬਾਅਦ ਉਹ ਕਿਸ 'ਚ ਗਿਆ? ਨਿਊ ਸਟੇਟ ਹੈ। ਨਿਊ ਤੋਂ ਬਾਅਦ ਕਿਸ 'ਚ ਗਿਆ? ਉਹ ਰਨੇਬਲ 'ਚ। ਰਨੇਬਲ ਦਾ ਮਤਲਬ ਹੈ ਵੀ ਉਹ ਰਨ ਹੋਣ ਲਈ ਤਿਆਰ ਹੈ, ਐਗਜ਼ੀਕਿਊਟ ਹੋਣ ਲਈ ਤਿਆਰ ਹੈ, ਬਟ ਉਸ ਨੂੰ ਕੀ ਨਹੀਂ ਮਿਲਿਆ ਹਲੇ? CPU ਨਹੀਂ ਮਿਲਿਆ, ਕਿਉਂਕਿ CPU ਕੋਈ ਹੋਰ ਕੰਮ ਕਰ ਰਿਹਾ। ਜਦੋਂ ਉਹਦੀ ਵਾਰੀ ਆਈ, ਉਹ ਕਿਸ 'ਚ ਆ ਗਿਆ? ਰਨਿੰਗ ਸਟੇਟ 'ਚ ਆ ਗਿਆ। ਰਨਿੰਗ ਸਟੇਟ 'ਚ ਆ ਗਿਆ। ਰਨਿੰਗ ਤੋਂ ਬਾਅਦ ਉਹਦਾ ਟਾਈਮ ਕੁਝ ਖਤਮ ਹੋ ਜਾਊਗਾ, ਕੁਝ ਦੇਰ ਬਾਅਦ ਵਾਪਿਸ ਉਹ ਕਿਸ 'ਚ ਚੱਲ ਜਾਊਗਾ? ਰਨੇਬਲ 'ਚ। ਮਤਲਬ ਫਿਰ ਉਹ ਵੇਟ ਕਰ ਰਿਹਾ ਕਦੋਂ ਮੇਰਾ ਟਾਈਮ ਆਵੇ, ਫਿਰ ਰਨਿੰਗ 'ਚ ਆਊਗਾ। ਠੀਕ ਹੈ ਨਾ, ਫਿਰ ਉਹਦੀ ਵਾਰੀ ਖਤਮ ਹੋ ਗਈ, ਫਿਰ ਉਹ ਰਨੇਬਲ 'ਚ ਚੱਲ ਗਿਆ। ਇਸ ਤਰੀਕੇ ਚੱਲਦਾ ਰਹਿੰਦਾ ਹੈ। ਬਟ ਹੋ ਸਕਦਾ ਕਿਤੇ ਸਕੈਨਐਫ ਆ ਜੇ, ਉਸ ਟਾਈਮ ਉਹ ਜਾਂਦਾ ਵੇਟਿੰਗ ਸਟੇਟ ਦੇ ਵਿੱਚ। ਠੀਕ ਹੈ, ਉਸ ਤੋਂ ਬਾਅਦ ਜਿਹੜਾ ਇਹਨਾਂ ਨੇ ਬਲੌਕਡ ਲਿਖਿਆ, ਬਲੌਕਡ ਵੀ ਹੋ ਸਕਦਾ ਹੈ। ਇਹ ਕੰਡੀਸ਼ਨ ਕਾਫੀ ਜਗ੍ਹਾ ਹੋ ਸਕਦੀ ਹੈ। ਆਪਾਂ ਇੱਥੇ ਲਾਈਕ ਵੇਟਿੰਗ ਲਿਖ ਦਈਏ, ਵੇਟਿੰਗ ਕਰ ਰਿਹਾ ਉਹ, ਇਨਪੁਟ ਆਊਟਪੁੱਟ ਦੀ ਵੇਟ ਹੋ ਸਕਦੀ ਹੈ। ਠੀਕ ਹੈ ਨਾ। ਇਸ ਤੋਂ ਬਾਅਦ ਜਦੋਂ ਉਹਦੀ ਇਨਪੁਟ ਆਊਟਪੁੱਟ ਅਸੀਂ ਵੈਲਿਊ ਦੇਤੀਆਂ, ਵਾਪਿਸ ਉਹ ਜਾਂਦਾ ਰਨੇਬਲ 'ਚ, ਡਾਇਰੈਕਟਲੀ ਰਨ ਨਹੀਂ ਹੋਣ ਲੱਗ ਜਾਂਦਾ। ਫਿਰ ਉਹ ਆਪਣੀ ਵਾਰੀ ਦੀ ਉਡੀਕ ਕਰਦਾ। ਅਸੀਂ ਵੈਲਿਊ ਦੇਤੀ 10 20, ਫਿਰ ਉਹ ਵਾਰੀ ਦੀ ਉਡੀਕ ਕਰ ਰਿਹਾ ਵੀ ਕਦੋਂ ਮੇਰੀ ਵਾਰੀ ਆਊਗੀ। ਜਦੋਂ ਉਹਦੀ ਵਾਰੀ ਆਈ, ਫਿਰ ਉਹ ਕਿਸ ਚਲ ਗਿਆ? ਰਨਿੰਗ ਸਟੇਟ 'ਚ। ਰਨਿੰਗ ਸਟੇਟ 'ਤੇ ਫਿਰ 2 ਪ੍ਰੋਸੈਸ ਹੋ ਸਕਦੇ ਆ, ਵੀ ਉਹਨੇ ਆਨਸਰ ਫਾਈਂਡ ਕਰਤਾ ਤੇ ਪ੍ਰੋਗਰਾਮ ਸਾਡਾ ਖਤਮ ਹੋ ਗਿਆ, ਉਦੋਂ ਤਾਂ ਉਹ ਚੱਲ ਜਾਂਦਾ ਟਰਮੀਨੇਟ ਸਟੇਟ ਦੇ ਵਿੱਚ। ਅਗਰ ਹੱਲੇ ਵੀ ਉਹਦਾ ਆਨਸਰ ਨਹੀਂ ਫਾਈਂਡ ਹੋਇਆ, ਹੱਲੇ ਵੀ ਉਹ ਤਾਂ ਕੰਮ ਬਾਕੀ ਹੈ, ਉਹ ਵਾਪਿਸ ਕਿਸ ਚੱਲ ਜਾਂਦਾ? ਰਨੇਬਲ 'ਚ।
मतलब ਉਹਨੇ ਹਲੇ ਹੋਰ ਕੰਮ ਕਰਨਾ ਹੈ, ਪਰ ਉਹਦਾ ਟਾਈਮ ਖਤਮ ਹੋ ਗਿਆ ਸੀ, ਕੋਈ ਹੋਰ ਪ੍ਰੋਸੈਸ ਆ ਗਿਆ, ਫਿਰ ਇਹਦੀ ਵਾਰੀ ਆ ਗਈ, ਫਿਰ ਇਹ ਚੱਲਣਾ ਸਟਾਰਟ ਹੋ ਜਾਂਦਾ ਹੈ। ਦੈਨ ਹੋ ਸਕਦਾ ਕਿਤੇ ਅਸੀਂ ਫਿਰ ਸਕੈਨਐਫ ਜਾਂ ਸੀ ਇਨ ਜਾਂ ਬਫਰ ਰੀਡਰ ਲਗਾਇਆ ਹੋਵੇ, ਦੈਨ ਫਿਰ ਉਹ ਵੇਟਿੰਗ 'ਚ ਚੱਲ ਜਾਂਦਾ ਹੈ। ਮਤਲਬ ਇਸ ਤਰੀਕੇ ਉਹ ਜੋ ਥਰੈਡ ਹੈ ਉਹ ਵਰਕ ਕਰਦਾ ਰਹਿੰਦਾ ਆਪਣਾ। ਉਹਦੀਆਂ ਜਿਹੜੀਆਂ ਮੇਨ ਸਟੇਟਸ ਹੈ ਉਹ ਇਹੀ ਹੈ, ਨਿਊ, ਦੈਨ ਰਨੇਬਲ, ਦੈਨ ਰਨਿੰਗ, ਟਰਮੀਨੇਟ, ਤੇ ਬਲੌਕਡ ਦੀ ਜਗ੍ਹਾ ਆਪਾਂ ਵੇਟਿੰਗ ਵਰਡ ਯੂਜ਼ ਕਰਾਂਗੇ, ਠੀਕ ਹੈ ਨਾ। ਇਹਨਾਂ ਸਟੇਟਸ ਦੇ ਵਿੱਚ ਉਹ ਰਨ ਹੁੰਦਾ। ਹੁਣ ਜਿਹੜਾ ਥਰੈਡ ਹੈ ਆਪਣਾ ਜਾਵਾ ਦੇ ਵਿੱਚ, ਇਹ ਆਪਣਾ ਬਣ ਸਕਦਾ ਦੋ ਤਰੀਕੇ ਦੇ ਨਾਲ, ਦੋ ਵੇ ਦੇ ਨਾਲ ਆਪਾਂ ਇਸ ਨੂੰ ਕ੍ਰੀਏਟ ਕਰਦੇ ਹਾਂ ਥਰੈਡ ਨੂੰ। ਇੱਕ ਤਾਂ ਹੈ ਵਿਦ ਦੀ ਹੈਲਪ ਆਫ ਥਰੈਡ ਕਲਾਸ, ਇੱਕ ਹੈ ਰਨੇਬਲ ਇੰਟਰਫੇਸ। ਇਹਨਾਂ ਦੋ ਚੀਜ਼ਾਂ ਦੀ ਹੈਲਪ ਦੇ ਨਾਲ ਅਸੀਂ ਥਰੈਡ ਜੋ ਮਲਟੀ ਥਰੈਡਿੰਗ ਹੈ ਉਹ ਅਚੀਵ ਕਰ ਸਕਦੇ ਹਾਂ, ਠੀਕ ਹੈ ਨਾ। ਮਤਲਬ ਅਸੀਂ ਦੋ ਪ੍ਰੋਗਰਾਮ ਇਕੱਠੇ ਚਲਾਣੇ ਆ, ਪੈਰਲਲੀ ਚਲਾਣੇ ਆ। ਜਿਹੜੀ ਸਾਡੀ ਕਲਾਸ ਹੈ, ਜਿਹੜੇ ਸਾਡੇ ਦੋ ਪ੍ਰੋਗਰਾਮ ਹੈ, ਜਾਂ ਤਾਂ ਉਹ ਥਰੈਡ ਕਲਾਸ ਤੋਂ ਬਣੇ ਹੋਣੇ ਚਾਹੀਦੇ, ਇਨਹੈਰਿਟ ਹੋਣੇ ਚਾਹੀਦੇ, ਜਾਂ ਉਹ ਰਨ ਏਬਲ ਇੰਟਰਫੇਸ ਤੋਂ ਇਨਹੈਰਿਟ ਹੋਣੇ ਚਾਹੀਦੇ ਆ। ਮੀਨਸ ਜਿਹੜੀ ਮਲਟੀ ਥਰੈਡਿੰਗ ਹੈ ਉਹ ਦੋ ਤਰੀਕੇ ਨਾਲ ਹੋ ਸਕਦੀ ਹੈ। ਫਸਟ, ਆਪਾਂ ਕਲਾਸ ਕਿਸ ਤੋਂ ਇਨਹੈਰਿਟ ਕਰ ਲਓ, ਥਰੈਡ ਕਲਾਸ ਤੋਂ। ਸੈਕਿੰਡ, ਆਪਾਂ ਕਿਸ ਤੋਂ ਇਨਹੈਰਿਟ ਕਰ ਲਓ, ਰਨੇਬਲ ਇੰਟਰਫੇਸ ਤੋਂ। ਆਪਾਂ ਐਗਜ਼ਾਮਪਲ ਬਣਾਉਂਦੇ ਹਾਂ। ਥਿਊਰੀ ਮਾਈਟ ਵੀ ਥੋੜੀ ਜਿਹੀ ਔਖੀ ਲੱਗਦੀ ਹੋਵੇ, ਬਟ ਇਹਦੀ ਐਗਜ਼ਾਮਪਲ ਜੋ ਹੈ ਬਹੁਤ ਈਜ਼ੀ ਹੋਊਗੀ। ਲਾਈਕ ਸਪੋਜ਼ ਆਪਾਂ ਸਟਾਰਟ ਕਰਦੇ ਹਾਂ ਐਗਜ਼ਾਮਪਲ ਦੇ ਵਿੱਚ। ਆਪਾਂ ਇੱਕ ਕਲਾਸ ਕ੍ਰੀਏਟ ਕਰਦੇ ਹਾਂ, ਕਲਾਸ ਟੀ ਫਸਟ, ਥਰੈਡ ਫਸਟ, ਐਕਸਟੈਂਡਸ ਥਰੈਡ ਕਲਾਸ ਤੋਂ ਇਨਹੈਰਿਟ ਕਰ ਲਈ। int i ਪਬਲਿਕ void ਰਨ ਫੰਕਸ਼ਨ ਬਣਾਉਣਾ ਜ਼ਰੂਰੀ ਹੈ। ਜੋ ਵੀ ਚੀਜ਼ ਮਲਟੀ ਥਰੈਡਿੰਗ ਦੇ ਵਿੱਚ ਹੋਣੀ ਚਾਹੀਦੀ ਹੈ, ਜਿਸ ਨੂੰ ਅਸੀਂ ਚਾਹੁੰਦੇ ਹਾਂ ਵੀ ਪੈਰਲਲੀ ਵਰਕ ਕਰੇ, ਉਹ ਹਮੇਸ਼ਾ ਰਨ ਫੰਕਸ਼ਨ ਦੇ ਅੰਦਰ ਹੀ ਹੋਊਗੀ। ਇਸ ਦੇ ਵਿੱਚ ਆਪਾਂ ਲਿਖ ਲੈਂਦੇ ਹਾਂ ਲਾਈਕ system dot out dot println I started for I is equal to 1, I less than equal to 10, I plus plus I is equal to plus I, I ends। ਠੀਕ ਹੈ, ਆਪਾਂ ਇੱਕ ਕਲਾਸ ਬਣਾਈ ਫਸਟ, ਉਸ ਦੇ ਵਿੱਚ ਇੱਕ ਸਿੰਪਲ ਆਪਾਂ i ਦੀ ਲੂਪ ਲਗਾਈ ਹੈ 1 to 10। ਇਹੀ ਬਣਾ ਲੈਂਦੇ ਹਾਂ ਆਪਾਂ ਥਰੈਡ ਸੈਕਿੰਡ, ਜੇ ਵੇਰੀਏਬਲ ਲੈ ਲੈਂਦੇ ਹਾਂ, ਜੇ ਸਟਾਰਟਡ, ਜੇ ਪ੍ਰਿੰਟ ਕਰਕੇ ਜੇ ਐਂਡਸ। ਇੱਕ ਆਪਾਂ ਬਣਾ ਲੈਂਦੇ ਹਾਂ ਥਰੈਡ ਥਰਡ, ਜੇ ਕੇ, ਠੀਕ ਹੈ। ਹੁਣ ਤਿੰਨ ਕਲਾਸਿਸ ਹੈ, ਤਿੰਨਾਂ ਦਾ ਵਰਕ ਆਲਮੋਸਟ ਸੇਮ ਹੈ। i ਦੀ ਲੂਪ 1 to 10, j ਦੀ ਲੂਪ 1 to 10, ਦੈਨ ਵੀ ਹੈਵ ਆਪਾਂ ਕੀ ਕੀਤਾ, k ਦੀ ਲੂਪ ਚਲਾਈਏ 1 ਤੋਂ ਲੈ ਕੇ 10 ਤੱਕ। ਠੀਕ ਹੈ, ਫਸਟ ਕਲਾਸ, ਸੈਕਿੰਡ ਕਲਾਸ ਤੇ ਥਰਡ ਕਲਾਸ। ਹੁਣ ਇਸ ਬ੍ਰੈਕਟ ਤੋਂ ਬਾਅਦ ਪਹਿਲਾਂ ਇੱਕ ਆਪਾਂ ਲਿਖਤਾ ਜੇ ਸਟਾਰਟਡ, ਇਸ ਬ੍ਰੈਕਟ ਤੋਂ ਬਾਅਦ ਆਪਾਂ ਲਿਖਤਾ ਜੇ ਐਂਡਸ। ਇਸ ਦੇ ਵਿੱਚ ਆਪਾਂ ਉੱਪਰਲੀ ਤਿੰਨੇ ਕਲਾਸਿਸ ਦੇ ਆਬਜੈਕਟ ਬਣਾਉਂਦੇ ਹਾਂ। ਫਸਟ t1 is equal to new thread, new t first,
t second, t2 is equal to new t second, then t third, t3 is equal to new t third। then ਹੁਣ ਥ੍ਰੈਡ ਕਲਾਸ ਦੇ ਵਿੱਚ ਇੱਕ ਜ਼ਰੂਰਤ ਹੈ ਆਪਾਂ ਨੂੰ ਇੱਕ ਚੀਜ਼ ਦੀ, ਜੋ ਥ੍ਰੈਡ ਕਲਾਸ ਬਣੀ ਹੋਈ ਹੈ ਆਪਣੀ, ਉਸ ਦੇ ਵਿੱਚ ਇੱਕ ਫੰਕਸ਼ਨ ਹੈ ਸਟਾਰਟ। ਕਿਸ ਦੇ ਵਿੱਚ ਹੈ ਇਹ? ਥ੍ਰੈਡ ਕਲਾਸ ਦੇ ਵਿੱਚ। ਲਾਈਕ ਜੋ ਆਪਣੀ ਥ੍ਰੈਡ ਕਲਾਸ ਹੈ, ਥ੍ਰੈਡ ਕਲਾਸ ਦੇ ਅੰਦਰ ਮੈਂ ਕੀ ਕਹਿ ਰਿਹਾ, ਇੱਕ ਫੰਕਸ਼ਨ ਬਣਿਆ ਹੋਇਆ ਕਿਹੜਾ? ਸਟਾਰਟ। ਜਿਹੜਾ ਸਟਾਰਟ ਫੰਕਸ਼ਨ ਹੈ ਕਿਹਨੂੰ ਕਾਲ ਕਰਦਾ? ਰਨ ਫੰਕਸ਼ਨ ਨੂੰ। ਥ੍ਰੈਡ ਕਲਾਸ ਦੇ ਅੰਦਰ ਫੰਕਸ਼ਨ ਬਣਿਆ ਸਟਾਰਟ, ਸਟਾਰਟ ਕਿਸ ਨੂੰ ਕਰਦਾ? ਰਨ ਫੰਕਸ਼ਨ ਨੂੰ ਕਾਲ। ਤੇ ਇਹ ਸਟਾਰਟ ਹੀ ਕੈਪੇਬਿਲਿਟੀ ਪ੍ਰੋਵਾਈਡ ਕਰਦਾ ਹੈ ਵੀ ਜਿਹੜਾ ਰਨ ਹੈ ਇਹ ਪੈਰਲਲੀ ਐਗਜ਼ੀਕਿਊਟ ਹੋ ਸਕੇ। ਕਲੀਅਰ ਹੈ? ਮੀਨਸ ਥ੍ਰੈਡ ਕਲਾਸ ਦੇ ਵਿੱਚ ਫੰਕਸ਼ਨ ਹੈ, ਮੈਥਡ ਹੈ ਸਟਾਰਟ, ਸਟਾਰਟ ਐਗਜ਼ੀਕਿਊਟ ਕਰੂਗਾ ਰਨ ਨੂੰ, ਤੇ ਇਸ ਸਟਾਰਟ ਦੀ ਕੈਪੇਬਿਲਿਟੀ ਹੈ ਵੀ ਉਹ ਰਨ ਨੂੰ ਜਿਹੜਾ ਆ ਜਾਂ ਦੋ ਕਲਾਸਿਸ ਨੂੰ ਇਕੱਠਾ ਰਨ ਕਰ ਸਕੇ। ਹੁਣ ਅਗਰ ਆਪਾਂ ਇਸ ਦੀ ਐਗਜ਼ਾਮਪਲ ਲਈਏ, ਆਪਾਂ ਇੱਥੇ ਫੰਕਸ਼ਨ ਕਿਹੜਾ ਬਣਾਇਆ ਉੱਪਰ? ਮੈਥਡ ਕਿਹੜਾ ਬਣਾਇਆ? ਰਨ ਨਾਮ ਦਾ। ਬਟ ਆਪਾਂ ਐਗਜ਼ੀਕਿਊਟ ਕਰਾਂਗੇ ਸਟਾਰਟ ਨੂੰ। ਉਹ ਸਟਾਰਟ ਜੋ ਹੈ ਆਪਣੇ ਆਪ ਹੀ ਆਟੋਮੈਟਿਕਲੀ ਐਗਜ਼ੀਕਿਊਟ ਕਰੂਗਾ ਆਪਣੇ ਰਨ ਫੰਕਸ਼ਨ ਨੂੰ। then t2 dot start, t3 dot start। ਹੁਣ ਆਪਾਂ ਪਹਿਲਾਂ ਤਾਂ ਡਿਸਕਸ ਕਰਦੇ ਹਾਂ t1 dot start। ਇੱਥੇ ਗਏ, ਸਭ ਤੋਂ ਪਹਿਲਾਂ ਕੀ ਲਿਖਿਆ ਹੈ? I started, फिर I equal to 1, I equal to 2, I 10 तक, then I end, then t2 start, फिर j equal start होया, j print होया 1 to 10, फिर j end होया, then t3 dot start, t start होया, सॉरी k start होया, k 1 to 10 print होया, then k की हो गया अपना end। एक नॉर्मल एग्जीक्यूशन है ਜਿਹੜੀ ਆਪਣੇ ਵਿੱਚ ਹੋਣੀ ਚਾਹੀਦੀ ਸੀ। बट ਹੁਣ मल्टी थ्रैडिंग है। मल्टी थ्रैडिंग की कहता है भी ये ਤਿੰਨੇ जो है ये पैरेलल ਚੱਲਣਗੇ, t1 t2 t3। बट इस पैरेलल ਦਾ ਇਹ मतलब ਕਦੀ ਨਹੀਂ ਹੈ ਵੀ ਇੰਜ ਪ੍ਰਿੰਟ ਹੋਊਗਾ i equal to 1, j equal to 1, k equal to 1, i equal to 2, j equal to 2, k equal to 2, i equal to 3। ऐसा नहीं प्रिंट होगा। ये आप अचीव करांगे अगली क्लासेस ਦੇ ਵਿੱਚ। ਹੁਣ ਇਸ ਦੀ ਆਊਟਪੁੱਟ ਅਸੀਂ 1% ਵੀ ਜੱਜ ਨਹੀਂ ਕਰ ਸਕਦੇ ਵੀ ਇਸ ਦੀ ਆਊਟਪੁੱਟ ਕੀ ਆਊਗੀ। ਹੋ ਸਕਦਾ ਇਹ ਆ ਜੇ, ਹੋ ਸਕਦਾ ਐਵੇਂ ਆ ਜੇ i equal to 1, j equal to 1, j equal to 2, j equal to 3, k equal to 1, i equal to 2, k equal to 2। मतलब वो नंबरिंग तो चलूगी भी j 1 2 3 4 10 तक, i1 फिर 2 फिर k1 k2। बट इन्हां दा ऑर्डर की रहूगा ये सानू नहीं पता। ये कौन मैनेज कर रहा है? OS। क्योंकि बेसिकली OS ਦੇ ਕੋਲ ਜੇ ਆਪਾਂ ਦੇਖੀਏ ਇਹ ਤਿੰਨ ਫੰਕਸ਼ਨ ਹੀ ਨਹੀਂ ਹਨ ਇਕੱਲੇ ਮੈਨੇਜ ਕਰਨ ਦੇ ਲਈ। ਉਹ ਮੇਰਾ ਇਸ ਐਡਿਟ ਪਲੱਸ ਨੂੰ ਵੀ ਮੈਨੇਜ ਕਰ ਰਿਹਾ ਹੈ, ਉਹ ਟੀਮ ਨੂੰ ਵੀ ਮੈਨੇਜ ਕਰ ਰਿਹਾ ਹੈ, ਉਹ ਇਹਨਾਂ ਨੂੰ ਆਪਾਂ ਨੂੰ ਜੋ ਵਾਈਟ ਬੋਰਡ ਹੈ ਇਸ ਨੂੰ ਵੀ ਮੈਨੇਜ ਕਰ ਰਿਹਾ ਹੈ, ਕਮਾਂਡ ਪ੍ਰੌਂਪਟ ਨੂੰ ਵੀ ਮੈਨੇਜ ਕਰ ਰਿਹਾ। ਮਤਲਬ ਇੰਨੀਆਂ ਜ਼ਿਆਦਾ ਚੀਜ਼ਾਂ ਚਲਾ ਰਿਹਾ ਉਹ। ਉਹਨਾਂ ਦੇ ਵਿੱਚ ਮੇਰੇ ਇਹ ਤਿੰਨ ਫੰਕਸ਼ਨਸ ਨੂੰ ਉਹ ਕਦੋਂ ਜਗ੍ਹਾ ਦਿੰਦਾ ਆ ਮੈਨੂੰ ਕੋਈ ਆਈਡੀਆ ਨਹੀਂ ਹੈ ਵੀ ਜਿਹੜਾ OS ਹੈ ਉਹ ਇਹਨਾਂ ਨੂੰ ਕਦੋਂ ਚਲਾਊਗਾ। ਆਪਾਂ ਇਹਨੂੰ ਐਗਜ਼ੀਕਿਊਟ ਕਰਕੇ ਦੇਖਦੇ ਹਾਂ ਪਹਿਲਾਂ ਤਾਂ ਵੀ ਇਸ ਦੀ ਆਊਟਪੁੱਟ ਕੀ ਆਉਂਦੀ ਹੈ। कितने अपना कोई गलती रह गई, टेस्ट 11 जावा सी। ठीक है, CLS जावा टेस्ट 11। ਹੁਣ ਇਸ ਦੇਖੋ ਆਊਟਪੁੱਟ ਕੀ ਆ। जे सब तो पहला स्टार्ट करता है, फिर के, फिर आई।
K1 to 10 पहला K एग्जीक्यूट, J1 to 6 K एंड्स हो गया है, फिर I1 J7 I2 I3 4 5 6 7 तक ਚੱਲਿਆ, ਫਿਰ J ਚਲਾਤਾ, ਫਿਰ J एंड करता, फिर I एंड करता। मीनस आउटपुट की है, किस वे ਦੇ ਨਾਲ ਹੈ, ਇਹ ਕੇਵਲ OS ਨੇ ਆਪਣੇ ਅਕੋਰਡਿੰਗ ਮੈਨੇਜ ਕੀਤਾ ਹੈ। मैं इस प्रोग्राम दोबारा रन करना है, ਜ਼ਰੂਰੀ ਨਹੀਂ ਆਊਟਪੁੱਟ ਸੇਮ ਆਊਗੀ। ਹੁਣ ਉਸਨੇ ਕਿਸ ਤੋਂ ਸਟਾਰਟ ਕਰਤਾ ਹੈ, J1 K1 J2 I1 J3 K2 J4 I2, J ਪਹਿਲਾਂ ਐਂਡ ਹੋ ਗਿਆ, ਫਿਰ K ਫਿਰ I। ਦੈਨ ਇਸ ਕੇਸ ਦੇ ਵਿੱਚ ਸਟਾਰਟ K ਤੋਂ ਕੀਤਾ ਹੈ, K ਐਂਡ ਫਿਰ J ਐਂਡ ਫਿਰ I ਐਂਡ। ਮੀਨਸ ਜਿੰਨੀ ਵਾਰ ਐਗਜ਼ੀਕਿਊਟ ਕਰਾਂਗੇ, ਹੁਣ ਪਹਿਲਾਂ ਕਿਹੜਾ ਐਗਜ਼ੀਕਿਊਟ ਹੋ ਗਿਆ, I ਸਟਾਰਟ J ਸਟਾਰਟ, फिर I इक्वल टू 1 K स्टार्ट किया, फिर उसने फिर I इक्वल टू 2 चलता गया K 4 तक I और फिर एंड हो गया। मीनस आउटपुट की आ रही है, किस वे दे नाल आ रही है, वो आप मैनेज हैंडल नहीं कर पा रहे। बट मेन मोटिव की है, ये तीनों चीज़ां इकट्ठियां चल रही हैं, ये तिन्ने प्रोग्राम तिन्ने क्लासेस तिन्ने प्रोसैसेस साडे पैरेलल रन हो रहे हैं। यही मेन मोटिव है अपना इसका, ठीक है ना। एक मिनट तुसी अपने आप को अनम्यूट करके, जो कोई कन्फ्यूजन है पहला आप इसनू दूर करिए, फिर आप अगे चलते हैं। हाँ जी हाँ जी, अपने आप को अनम्यूट कर लो, या चैट दे विच लिखो कोई भी कन्फ्यूजन है किसी तरह की भी इस क्वेश्चन रिगार्डिंग। चलो ठीक है, आप एक सिंपल जी एग्जांपल बनाइए अज, ठीक है ना। मतलब अगर ये थ्रैडिंग ना होंदी, थ्रैड्स ना होंदे ये, ठीक है ना, तो आप रन फंक्शन कॉल करते, सपोज आप कहिए ये है ही नहीं, थ्रैड क्लास नहीं है, तो आप रन फंक्शन चला दिए उन्होंने, ਹੁਣ ਕੀ ਆਊਗੀ ਆਊਟਪੁੱਟ, I स्टार्ट होया, I ਚੱਲਿਆ, फिर I एंड हो गया, फिर J स्टार्ट हो गया, J चल के J एंड हो गया, फिर K स्टार्ट होया, K चल के एंड हो गया, ठीक है ना। जो अपनी सिंपल एग्जीक्यूशन है, जो नॉर्मल एग्जीक्यूशन है। बट इस दे विच जो आप मल्टी थ्रैडिंग की गल करते हैं, जो आप क्लास ਨੂੰ एक्सटेंड किया थ्रैड क्लास तो, उदों की मेन डिफरेंस पे है भी अपनी वो सारिया चीज़ां की है पैरेलल एग्जीक्यूट हो रही हैं, सारे इकट्ठे रन हो रहे हैं। बट उन्होंने जो आउटपुट है, उन्होंने एग्जीक्यूशन वो फिलहाल असी हैंडल नहीं कर रहे, ठीक है। अगे सिंक्रोनाइजेशन वगैरह च आप उसनू भी हैंडल करांगे, ठीक है ना। दैन एक तो असी आप इसनू थ्रैड क्लास तो बना सकते हैं। दूसरा, सपोज मेरी कुछ रिक्वायरमेंट ऐसी है, एक क्लास है टेम्परेरी कोई, ठीक है, उसका इंटीजर ABC, मेरी ज़रूरत है मैं इस क्लास नू इस तो एक्सटेंड करना है टेम्प तो, ठीक है। जो फर्स्ट क्लास है इसनू मैं किस तो इनहेरिट करना है, टेम्प क्लास तो इनहेरिट करना है, प्लस टेम्प क्लास तो इनहेरिट करना है, तो मैं मल्टी थ्रैडिंग भी करनी है। हुण अगर मल्टी थ्रैडिंग करनी है तो किसी होर क्लास तो भी इनहेरिट करना, ये तो पॉसीबल नहीं है। जावा च आप एवें तो कर नहीं सकते भी टेम्प कॉमा थ्रैड, क्योंकि इस की है मल्टीपल इनहेरिटेंस होंदी नहीं। उस दे लई जावा च एक फैसिलिटी प्रोवाइड की गई है, इंप्लीमेंट्स रनेबल। रनेबल इंटरफेस है, इंप्लीमेंट्स रनेबल, उस दे नाल आपां ਇਹ कर सकते हैं। बट एक अद्धी चेंजिस करनी पैनी, वो आप देख लें। पहला तो ये आप एक्सटेंड्स थ्रैड क्लास कर लो, ਜਾਂ दूसरा की है आप इंटरफेस यूज़ कर सकते हैं। उस इंटरफेस का नाम की है रनेबल। ਹੁਣ इंटरफेस ਜ਼ਰੂਰਤ ਕਦੋਂ ਪੈਂਦੀ ਹੈ यूज़ ਕਰਨ ਦੀ, ਜਦੋਂ ਅਸੀਂ ਆਪਣੀ क्लास ਪਹਿਲਾਂ ही किसी होर क्लास तो इनहेरिट कर रहे हैं। जिवें ਹੁਣ फर्स्ट क्लास जो है मैं
ਟੈਂਪ ਕਲਾਸ ਤੋਂ ਇਨਹੈਰਿਟ ਕਰ ਰਿਹਾ ਤੇ ਉਸ ਨੂੰ ਮੈਂ ਮਲਟੀਪਲ ਇਨਹੈਰੀਟੈਂਸ ਵੀ ਕਰਨੀ ਹੈ ਉਸ ਦੇ ਵਿੱਚ, ਫਿਰ ਮੈਂ ਇੰਟਰਫੇਸ ਦੇ ਥਰੂ ਹੀ ਕਰ ਸਕਦਾ। ਇਸ ਜਗ੍ਹਾ ਤੱਕ ਠੀਕ ਹੈ, ਤਿੰਨਾਂ ਦੇ ਆਬਜੈਕਟ ਬਣਾਏ। ਬਟ ਸਟਾਰਟ ਫੰਕਸ਼ਨ ਜੋ ਸਟਾਰਟ ਹੈ ਇਹ ਕਿਸ ਦੇ ਵਿੱਚ ਸੀ? ਇਹ ਸੀਗਾ ਆਪਣਾ ਥ੍ਰੈਡ ਕਲਾਸ ਦੇ ਵਿੱਚ। ਇਹ ਰਨੇਬਲ ਇੰਟਰਫੇਸ ਨਹੀਂ ਹੈ, ਕਿਉਂਕਿ ਇੰਟਰਫੇਸ ਦੇ ਵਿੱਚ ਕੋਈ ਵੀ ਫੰਕਸ਼ਨ ਦੀ ਜਾਂ ਮੈਥਡ ਦੀ ਡੈਫੀਨੇਸ਼ਨ ਹੋ ਹੀ ਨਹੀਂ ਸਕਦੀ ਇੰਟਰਫੇਸ ਦੇ ਵਿੱਚ। ਠੀਕ ਹੈ, ਇਹ ਕਿਹਦੇ ਅੰਦਰ ਬਣਿਆ ਹੋਇਆ ਹੈ? ਸਾਡਾ ਥ੍ਰੈਡ ਕਲਾਸ ਦੇ ਵਿੱਚ। ਆਪਾਂ ਥ੍ਰੈਡ ਕਲਾਸ ਦਾ ਵੀ ਆਬਜੈਕਟ ਕ੍ਰੀਏਟ ਕਰਾਂਗੇ, ਲਾਈਕ ਮੈਂ ਥ੍ਰੈਡ means ਥ੍ਰੈਡ T11 ਮੈਂ ਇੱਕ ਨਵਾਂ ਆਬਜੈਕਟ ਕ੍ਰੀਏਟ ਕੀਤਾ ਹੈ। ਮੈਂ ਇਸ ਦੇ ਥਰੂ ਸਟਾਰਟ ਫੰਕਸ਼ਨ ਚਲਾਉਂਗਾ। ਇਸ ਦੇ ਵਿੱਚ ਮੈਂ ਪਾਸ ਕਿਸ ਨੂੰ ਕੀਤਾ? ਇਸ T1। ਇਸ ਤਰੀਕੇ ਆਪਾਂ ਤਿੰਨ ਆਬਜੈਕਟ ਬਣਾ ਲੈਂਦੇ ਆ, 2 2 3 3 2 3। ਠੀਕ ਹੈ ਨਾ? ਬਸ ਸਿੰਪਲ ਸਮਝਣ ਦੇ ਲਈ ਕੇਵਲ ਇਹੀ ਹੈ ਵੀ ਜੋ ਸਟਾਰਟ ਹੈ, ਸਟਾਰਟ ਕਿਸ ਦੇ ਵਿੱਚ ਹੈ? ਥ੍ਰੈਡ ਦੇ ਵਿੱਚ ਹੈ। ਜਦੋਂ ਅਸੀਂ ਰਨੇਬਲ ਇੰਟਰਫੇਸ ਤੋਂ ਚਲਾਇਆ ਤਾਂ ਫਿਰ ਸਟਾਰਟ ਤੱਕ ਤਾਂ ਅਸੀਂ ਪਹੁੰਚ ਹੀ ਨਹੀਂ ਸਕਦੇ, ਫਿਰ ਆਪਾਂ ਉਸ ਨੂੰ ਥ੍ਰੈਡ ਕਲਾਸ ਦੇ ਥਰੂ ਹੀ ਸਟਾਰਟ ਤੱਕ ਪਹੁੰਚਾਂਗੇ, ਜੋ ਆਪਾਂ ਇੱਥੇ ਕੀਤਾ ਹੈ। ਠੀਕ ਹੈ ਨਾ? ਇਹ T1 ਦੇ ਵਿੱਚ ਇਸ T1 ਨੂੰ ਆਪਾਂ ਕੰਸਟਰਕਟਰ 'ਚ ਪਾਸ ਕਿਸ ਦਾ ਕੀਤਾ? ਥ੍ਰੈਡ ਦੇ। ਦੈਨ T11 T22 T33। ਦੈਨ ਐਗਜ਼ੀਕਿਊਟ ਕਰਕੇ ਦੇਖਦੇ ਹੁਣ ਆਪਾਂ ਇਸ ਨੂੰ। ਠੀਕ ਹੈ, ਆਊਟਪੁੱਟ ਸੇਮ ਉਹੀ ਹੈ ਵੀ I J ਤੇ K ਆਪਣੇ ਜੋ ਹੈ ਪੈਰਲਲ ਚੱਲ ਰਹੇ ਹੈ। ਠੀਕ ਹੈ ਨਾ? ਹੁਣ ਜੋ ਮਲਟੀ ਥ੍ਰੈਡਿੰਗ ਹੈ ਇਹ ਆਪਾਂ ਦੋ ਤਰੀਕੇ ਅਚੀਵ ਕਰ ਸਕਦੇ ਹਾਂ। ਇੱਕ ਵਿਦ ਦੀ ਹੈਲਪ ਆਫ ਥ੍ਰੈਡ ਕਲਾਸ, ਇੱਕ ਸੈਕਿੰਡ ਰਨੇਬਲ ਇੰਟਰਫੇਸ। ਰਨੇਬਲ ਇੰਟਰਫੇਸ ਦੀ ਜ਼ਰੂਰਤ ਕਦੋਂ ਪੈਂਦੀ ਹੈ? ਜਦੋਂ ਸਾਡੀ ਕਲਾਸ ਪਹਿਲਾਂ ਹੀ ਕਿਸੇ ਹੋਰ ਕਲਾਸ ਤੋਂ ਇਨਹੈਰਿਟ ਹੁੰਦੀ ਹੋ, ਜਿਵੇਂ ਇਸ ਕੇਸ ਦੇ ਵਿੱਚ ਹੋ ਰਹੀ ਹੈ। ਚਲੋ ਅੱਜ ਕੇਵਲ ਇਹੀ ਦੋ ਪ੍ਰੈਕਟਿਸ ਕਰਕੇ ਦੇਖਿਓ। ਦੋ ਪ੍ਰੋਗਰਾਮ ਬਣਾਉਣੇ ਆ, ਇੱਕ ਵਿਦ ਦੀ ਹੈਲਪ ਆਫ ਥ੍ਰੈਡ ਕਲਾਸ, ਇੱਕ ਵਿਦ ਦੀ ਹੈਲਪ ਆਫ ਰਨੇਬਲ ਇੰਟਰਫੇਸ। ਠੀਕ ਹੈ, ਕੋਈ ਵੀ ਕਨਫਿਊਜ਼ਨ ਹੈ ਤੁਸੀਂ ਇੱਕ ਵਾਰ ਆਪਣੇ ਆਪ ਨੂੰ ਅਨਮਿਊਟ ਕਰਕੇ